Hello everyone. Welcome back to part 2 of Hassan's attendance problem. Part 1 ਦੇ ਵਿੱਚ ਆਪਾਂ ਨੇ ਕੀਤਾ ਸੀ ਪੇਜ 1 ਔਰ 2। ਇਸ ਵੀਡੀਓ ਵਿੱਚ ਆਪਾਂ ਕਰਾਂਗੇ ਪੇਜ 3, 4 ਐਂਡ 5। ਆਪਾਂ ਨੇ ਪਾਰਟ 1 ਦੇ ਵਿੱਚ ਦੇਖਿਆ ਸੀ ਕਿ ਹਸਨ ਨਾਮ ਦਾ ਇੱਕ ਮੁੰਡਾ ਸੀ ਜੋ ਕਿ ਸੁਧਾ ਮੂਰਤੀ ਦੇ ਕਲਾਸ ਵਿੱਚ ਪੜ੍ਹਦਾ ਸੀ। ਸੁਧਾ ਮੂਰਤੀ ਮਸ਼ਹੂਰ ਇਨਫੋਸਿਸ ਦੇ ਮਾਲਿਕ ਮਿਸਟਰ ਨਾਰਾਇਣ ਮੂਰਤੀ ਦੀ ਪਤਨੀ ਹੈ। ਤੋ ਇਹ ਜੋ ਮੁੰਡਾ ਸੀ ਹਸਨ, ਇਹ ਕਦੇ ਵੀ ਕਲਾਸ ਨਹੀਂ ਅਟੈਂਡ ਕਰਦਾ ਸੀ ਅਤੇ ਪਰ ਪੜ੍ਹਾਈ ਵਿੱਚ ਬੜਾ ਹੁਸ਼ਿਆਰ ਸੀ। ਉਹ ਹਰ ਸੈਮੈਸਟਰ ਦੇ ਵਿੱਚ ਹਰ ਐਗਜ਼ਾਮ ਦੇ ਵਿੱਚ ਫਸਟ ਆਉਂਦਾ ਸੀ। ਸੁਧਾ ਮੂਰਤੀ ਨੇ ਬੜੀ ਕੋਸ਼ਿਸ਼ ਕੀਤੀ ਕਿ ਉਹ ਰੈਗੂਲਰ ਹੋ ਜਾਵੇ, ਪਰ ਉਹ ਇੱਦਾਂ ਨਹੀਂ ਸੀ ਕਰਦਾ। ਉਹ ਹਰ ਸੈਮੈਸਟਰ ਦੇ ਬਾਅਦ ਸੁਧਾ ਮੂਰਤੀ ਨੂੰ ਪ੍ਰੋਮਿਸ ਕਰਦਾ ਸੀ ਕਿ ਉਹ ਨੈਕਸਟ ਐਗਜ਼ਾਮ ਤੋਂ ਰੈਗੂਲਰ ਆਏਗਾ, ਪਰ ਉਹ ਇੱਦਾਂ ਨਹੀਂ ਸੀ ਕਰਦਾ। ਉਹ ਫੇਰ ਐਬਸੈਂਟ ਰਹਿੰਦਾ ਸੀ। ਤੋ ਅੱਜ ਆਪਾਂ ਕੰਟੀਨਿਊ ਕਰਾਂਗੇ ਪੇਜ 3 ਤੋਂ। ਮੈਡਮ, ਥੈਂਕ ਯੂ ਫॉर ਟੀਚਿੰਗ ਮੀ ਫॉर द ਲਾਸਟ 3 ਇਅਰਸ। ਇੱਥੇ ਹਸਨ ਸੁਧਾ ਮੂਰਤੀ ਜੋ ਕਿ ਉਸ ਦੀ ਟੀਚਰ ਹੈ, ਉਸ ਨੂੰ ਥੈਂਕਸ ਕਹਿ ਰਿਹਾ ਹੈ, ਮੈਡਮ ਪਿਛਲੇ 3 ਸਾਲਾਂ ਤੋਂ ਮੈਨੂੰ ਪੜ੍ਹਾਉਣ ਲਈ ਤੁਹਾਡਾ ਧੰਨਵਾਦ। ਬਿਕੋਜ਼ ਆਫ ਯੋਰ ਕਾਈਂਡ ਹਾਰਟ ਆਈ ਕੁਡ ਗੈਟ ਆਲ ਮਾਈ ਅਟੈਂਡੈਂਸ। ਤੁਹਾਡੇ ਦਿਆਲੂ ਹਿਰਦੇ ਸਦਕੇ ਜਾਂ ਤੁਹਾਡੇ ਦਿਆਲੂ ਹਿਰਦੇ ਦੇ ਚਲਦੇ ਮੈਨੂੰ ਮੇਰਾ ਸਾਰਾ ਅਟੈਂਡੈਂਸ ਮਿਲ ਗਿਆ। ਆਈ ਵਿਸ਼ ਆਲ ਟੀਚਰਸ ਵਰ ਲਾਈਕ ਯੂ ਇਨ ਦ ਕਾਲਜ। ਕਾਸ਼ ਕਾਲਜ ਵਿੱਚ ਸਾਰੇ ਅਧਿਆਪਕ ਤੁਹਾਡੇ ਵਰਗੇ ਹੁੰਦੇ। ਆਈ ਲਾਵਡ। ਸੁਧਾ ਮੂਰਤੀ ਹੱਸ ਪਈ। ਗੋਡ ਵਿਲਿੰਗ ਵੀ ਵਿਲ ਮੀਟ ਅਗੇਨ। ਜਦੀ ਰੱਬ ਨੇ ਚਾਹਿਆ ਤਾਂ ਆਪਾਂ ਫੇਰ ਮਿਲਾਂਗੇ। ਇਹ ਗੱਲ ਸੁਧਾ ਮੂਰਤੀ ਹਸਨ ਨੂੰ ਕਹਿੰਦੀ ਹੈ। ਬਟ ਆਈ ਡਿਡ ਨਾਟ ਮੀਟ ਹਸਨ ਫॉर ਅ ਲੌਂਗ ਟਾਈਮ ਐਂਡ ਫॉरਗॉट all about him। ਪਰ ਮੈਂ ਹਸਨ ਨੂੰ ਬੜੇ ਲੰਬੇ ਸਮੇਂ ਤੱਕ ਨਹੀਂ ਮਿਲੀ ਅਤੇ ਮੈਂ ਉਹਦੇ ਬਾਰੇ ਸਭ ਕੁਝ ਭੁੱਲ ਗਈ। ਈਅਰਸ ਪਾਸਡ। ਸਾਲ ਬੀਤ ਗਏ। ਆਈ ਟੌਟ ਮੈਨੀ ਸਟੂਡੈਂਟਸ। ਮੈਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਪੜ੍ਹਾਇਆ। ਸਮ ਆਫ them became very good human beings। ਉਹਨਾਂ ਵਿੱਚੋਂ ਕੁਝ ਬਹੁਤ ਅੱਛੇ ਇਨਸਾਨ ਬਣ ਗਏ। ਸਮ became famous। ਕੁਝ ਮਸ਼ਹੂਰ ਹੋ ਗਏ। ਸਮ became rich। ਕੁਝ ਅਮੀਰ ਹੋ ਗਏ। ਐਂਡ ਸਮ remained ordinary। ਅਤੇ ਕੁਝ ਸਾਧਾਰਨ ਹੀ ਰਹਿ ਗਏ। ordinary ਯਾਨੀ ਕਿ ਸਾਧਾਰਨ। As far as I was concerned, they were like my children। ਸੁਧਾ ਮੂਰਤੀ ਕਹਿੰਦੀ ਹੈ ਕਿ ਜਿੱਥੇ ਤੱਕ ਮੇਰੀ ਗੱਲ ਹੈ ਜਾਂ ਮੇਖੋ ਸੰਬੰਧ ਹੈ, ਉਹ ਸਾਰੇ ਬੱਚੇ ਮੇਰੇ ਬੱਚਿਆਂ ਵਾਂਗ ਸਨ। Some remember me still। ਕੁਝ ਨੂੰ ਮੈਂ ਹਲੇ ਵੀ ਯਾਦ ਹਾਂ। And send invitations to weddings, naming ceremonies, ਹਾਊਸ ਵਾਰਮਿੰਗਸ ਐਕਸੈਟਰਾ। ਅਤੇ ਮੈਨੂੰ ਇਨਵੀਟੇਸ਼ਨਸ ਜਾਂ ਸੱਦਾ ਪੱਤਰ ਭੇਜਦੇ ਆ ਸ਼ਾਦੀਆਂ ਲਈ ਜਾਂ ਨਾਮਕਰਨ ਲਈ ਜਾਂ ਹਾਊਸ ਵਾਰਮਿੰਗ ਪਾਰਟੀਜ਼ ਲਈ। ਇਫ ਆਈ ਐਮ ਇਨ ਟਾਊਨ ਆਈ ਡੈਫੀਨੇਟਲੀ ਟਰਾਈ ਐਂਡ ਅਟੈਂਡ। ਜੇਕਰ ਮੈਂ ਸ਼ਹਿਰ ਵਿੱਚ ਹੁੰਦੀ ਹਾਂ ਤਾਂ ਮੈਂ ਜ਼ਰੂਰ ਕੋਸ਼ਿਸ਼ ਕਰਦੀ ਹਾਂ ਕਿ ਮੈਂ ਉਹਨਾਂ ਦੀ ਸੈਰੀਮਨੀਜ਼ ਨੂੰ ਅਟੈਂਡ ਕਰਾਂ। ਬਿਕੋਜ਼ ਫॉर ਮੀ देयर immense love is my strength। ਕਿਉਂਕਿ ਮੇਰੇ ਲਈ ਉਹਨਾਂ ਦਾ ਅਥਾਹ ਪਿਆਰ ਮੇਰੀ ਤਾਕਤ ਹੈ। immense love ਯਾਨੀ ਅਥਾਹ ਪਿਆਰ। One Monday morning, my secretary told me that a person wanted to sell the latest software in high school teaching wanted to meet me। ਇੱਕ ਸੋਮਵਾਰ ਸੁਧਾ ਮੂਰਤੀ ਦੇ ਸੈਕਟਰੀ ਨੇ ਉਹਨਾਂ ਨੂੰ ਕਿਹਾ ਕਿ ਇੱਕ ਬੰਦਾ ਜੋ ਕਿ ਲੇਟੈਸਟ ਸੌਫਟਵੇਅਰ ਇਨ ਹਾਈ ਸਕੂਲ ਟੀਚਿੰਗ ਵੇਚਦਾ ਹੈ, ਉਹਨਾਂ ਨੂੰ ਮਿਲਣਾ ਚਾਹੁੰਦਾ ਹੈ। I was extremely busy। ਸੁਧਾ ਮੂਰਤੀ ਬਹੁਤ ਜ਼ਿਆਦਾ ਬਿਜ਼ੀ ਸੀ। And the piles of unanswered letters were looking at me accusingly। accusingly ਯਾਨੀ ਕਿ ਕਿਸੇ ਉੱਤੇ ਇਲਜ਼ਾਮ ਲਗਾਉਣਾ। ਤੋ ਬਹੁਤ ਸਾਰੇ ਲੈਟਰਸ ਸੀ ਜੋ ਕਿ ਸੁਧਾ ਮੂਰਤੀ ਕੋਲ ਆਏ ਸੀ, ਜਿਨ੍ਹਾਂ ਦਾ ਜਵਾਬ ਉਹਨਾਂ ਨੇ ਹਲੇ ਤੱਕ ਨਹੀਂ ਦਿੱਤਾ ਸੀ। ਤੋ ਉਹ ਸਾਰੇ ਲੈਟਰਸ ਇਲਜ਼ਾਮ ਦੇ ਤੌਰ 'ਤੇ ਸੁਧਾ ਮੂਰਤੀ ਵੱਲ ਦੇਖ ਰਹੇ ਸੀ ਕਿ ਸਾਡਾ ਵੀ ਜਵਾਬ ਦਿਓ। ਯਾਨੀ ਸੁਧਾ ਮੂਰਤੀ ਬਹੁਤ ਜ਼ਿਆਦਾ ਬਿਜ਼ੀ ਸੀ, ਉਹਨਾਂ ਨੂੰ ਉਹ ਲੈਟਰਸ ਦੇ ਜਵਾਬ ਦੇਣੇ ਸੀ।
आई हैड नो टाइम टू टॉक टू अ सेल्स पर्सन कि मेरे पास समय नहीं ਸੀ ਕਿਸੇ ਵੀ ਸੇਲਸ ਪਰਸਨ ਨਾਲ ਗੱਲ ਕਰਨ ਦੀ। ਸੋ ਆਈ ਟੋਲਡ ਹਰ, ਇਸ ਲਈ ਸੁਧਾ ਮੂਰਤੀ ਨੇ ਸੈਕਟਰੀ ਨੂੰ ਕਿਹਾ। ਇੱਥੇ ਹਰ ਦਾ ਮਤਲਬ ਹੈ ਸੈਕਟਰੀ। ਹੀ ਕੈਨ ਮੀਟ ਸਮਵਨ ਐਲਸ, ਉਹ ਕਿਸੇ ਹੋਰ ਨੂੰ ਮਿਲ ਸਕਦਾ ਹੈ। ਆਈ ਡੋਂਟ ਹੈਵ ਟਾਈਮ, ਮੇਰੇ ਕੋਲ ਸਮਾਂ ਨਹੀਂ ਹੈ। But my secretary said he was insisting he wanted to meet only me and that he was my student। फिर मेरे सेक्रेटरी ने कहा कि ਉਹ ਜੋ ਵੀ ਆਇਆ ਹੈ वो बहुत ज़्यादा इंसिस्ट ਕਰ ਰਿਹਾ ਹੈ, ਜ਼ੋਰ ਦੇ ਰਿਹਾ ਹੈ ਕਿ ਉਹ ਸੁਧਾ ਮੂਰਤੀ ਨੂੰ ਹੀ ਮਿਲੂਗਾ ਅਤੇ ਉਹ ਜੋ ਆਇਆ ਹੈ वो ਸੁਧਾ ਮੂਰਤੀ ਦਾ ਸਟੂਡੈਂਟ ਰਹਿ ਚੁੱਕਿਆ ਹੈ। She knew how fond I was of all my students। she ਇੱਥੇ ਸੈਕਟਰੀ ਹੈ। ਤਾਂ ਸੈਕਟਰੀ ਜਾਣਦੀ ਸੀ ਕਿ ਸੁਧਾ ਮੂਰਤੀ ਆਪਣੇ ਸਟੂਡੈਂਟਸ ਲਈ ਬਹੁਤ ਜ਼ਿਆਦਾ ਹਮਦਰਦੀ ਰੱਖਦੀ ਸੀ। ਵਿਦਿਆਰਥੀ ਨੂੰ ਕਿੰਨਾ ਮਤਲਬ ਉਹਨਾਂ ਨੂੰ ਵਿਦਿਆਰਥੀਆਂ ਦਾ ਬੜਾ ਸ਼ੌਕ ਸੀ। ਸੋ she had not been unable to say no to him। ਇਸ ਲਈ ਉਹ ਉਸ ਨੂੰ ਨਾ ਨਹੀਂ ਕਰ ਸਕ ਰਹੀ ਸੀ। In that case, let him see me at 2 p.m। ਇਸ ਸਥਿਤੀ ਵਿੱਚ ਉਸ ਨੂੰ ਮੈਨੂੰ ਦੁਪਹਿਰ 2 ਵਜੇ ਮਿਲਣ ਨੂੰ ਕਹੋ। ਇਹ ਗੱਲ ਸੁਧਾ ਮੂਰਤੀ ਨੇ ਆਪਣੇ ਸੈਕਟਰੀ ਨੂੰ ਕਿਹਾ ਕਿ ਉਹ ਜਾ ਕੇ ਉਸ ਬੰਦੇ ਨੂੰ ਕਹਿ ਦੇਵੇ। In the afternoon, a man of about 35 years, ਕਿ ਦੁਪਹਿਰ ਵੇਲੇ ਇੱਕ ਬੰਦਾ, ਇੱਕ 35 ਸਾਲਾਂ ਦਾ ਬੰਦਾ, ਪਲੰਪ ਯਾਨੀ ਕਿ ਹਲਕਾ ਜਿਹਾ ਮੋਟਾ, with the bald head, ਗੰਜੇ ਸਿਰ ਵਾਲਾ, and moderately dressed, was waiting for me in the office। ਬੜਾ ਹੀ ਸਾਧਾਰਨ ਸਾ ਕੱਪੜਾ ਪਹਿਨਿਆ ਹੋਇਆ ਸੁਧਾ ਮੂਰਤੀ ਦੇ ਆਫਿਸ ਵਿੱਚ ਵੇਟ ਕਰ ਰਿਹਾ ਸੀ। In his hand was the CD with the software। ਉਸ ਦੇ ਹੱਥ ਵਿੱਚ ਸੌਫਟਵੇਅਰ ਵਾਲੀ CD ਸੀ। I could not place him, though he seemed familiar। I could not place him ਦਾ ਮਤਲਬ ਮੈਂ ਉਹਨੂੰ ਪਹਿਚਾਨ ਨਹੀਂ ਸੀ ਪਾ ਰਹੀ, ਹਾਲਾਂਕਿ ਉਹ ਜਾਣਾ ਪਛਾਣਿਆ ਲੱਗ ਰਿਹਾ ਸੀ। He smiled at me and said, ਉਹ ਮੇਰੇ ਵੱਲ ਦੇਖ ਕੇ ਮੁਸਕਰਾਇਆ ਅਤੇ ਉਸਨੇ ਕਿਹਾ, ਮੈਡਮ ਕੈਨ ਯੂ ਰਿਕੋਗਨਾਈਜ਼ ਮੀ, ਕਿ ਮੈਡਮ ਕੀ ਤੁਸੀਂ ਮੈਨੂੰ ਪਛਾਣ ਸਕ ਰਹੇ ਹੋ। ਯੂ ਮੇ ਨੋਟ, ਕੀ ਪਤਾ ਤੁਸੀਂ ਨਹੀਂ ਪਹਿਚਾਨ ਸਕ ਰਹੇ ਹੋਣਗੇ। ਬਿਕੋਜ਼ ਹਾਊ ਕੈਨ ਯੂ ਰਿਮੈਂਬਰ ਆਲ ਯੋਰ ਸਟੂਡੈਂਟਸ, ਕਿਉਂਕਿ ਤੁਸੀਂ ਆਪਣੇ ਸਾਰੇ ਵਿਦਿਆਰਥੀਆਂ ਨੂੰ ਕਿਵੇਂ ਯਾਦ ਰੱਖ ਸਕਦੇ ਹੋ। ਫਰੋਮ ਅ ਵਿੰਡੋ ਯੂ ਕੈਨ ਸੀ ਦ ਆਊਟਸਾਈਡ ਵਰਲਡ, ਕਿ ਇੱਕ ਖਿੜਕੀ ਤੋਂ ਤੁਸੀਂ ਬਾਹਰਲੀ ਦੁਨੀਆ ਦੇਖ ਸਕਦੇ ਹੋ। ਬਟ ਫਰੋਮ ਦ ਆਊਟਸਾਈਡ ਯੂ ਕੈਨ ਨਾਟ ਸੀ ਆਲ ਡੈਟ ਇਜ਼ ਇਨਸਾਈਡ, ਪਰ ਬਾਹਰੋਂ ਤੁਸੀਂ ਅੰਦਰਲੀ ਦੁਨੀਆ ਦਾ ਸਭ ਕੁਝ ਨਹੀਂ ਦੇਖ ਸਕਦੇ ਹੋ। ਯਾਨੀ ਖਿੜਕੀ ਦੇ ਵਿੱਚੋਂ ਤੁਸੀਂ ਬਾਹਰਲੀ ਸਾਰੀ ਦੁਨੀਆ ਦੇਖ ਸਕਦੇ ਹੋ, ਪਰ ਬਾਹਰ ਤੋਂ ਤੁਸੀਂ ਅੰਦਰਲੀ ਸਾਰੀ ਦੁਨੀਆ ਨਹੀਂ ਦੇਖ ਸਕਦੇ। I liked his analogy and was sure he was my student। ਮੈਨੂੰ ਉਸ ਦੀ ਇਹ ਵਾਲੀ ਐਨਾਲੋਜੀ ਬਹੁਤ ਪਸੰਦ ਆਈ ਅਤੇ ਮੈਂ ਸ਼ੋਰ ਹੋ ਗਈ ਕਿ ਇਹ ਮੇਰਾ ਹੀ ਸਟੂਡੈਂਟ ਹੈ। ਬਿਕੋਜ਼ ਆਈ often use this phrase in my class, ਕਿਉਂਕਿ ਮੈਂ ਆਪਣੀ ਕਲਾਸ ਦੇ ਵਿੱਚ ਇਹ ਵਾਕਾਂਸ਼ ਬਹੁਤ ਵਾਰੀ ਯੂਜ਼ ਕਰਦੀ ਸੀ। Still I could not guess who he was। ਫਿਰ ਵੀ ਮੈਂ ਅੰਦਾਜ਼ਾ ਨਹੀਂ ਸੀ ਲਗਾ ਸਕ ਰਹੀ ਕਿ ਉਹ ਕੌਣ ਸੀ। ਮੈਡਮ I was the perpetual latecomer of your class। perpetual ਯਾਨੀ ਕਿ ਲਗਾਤਾਰ। ਤੋ ਮੈਡਮ ਜੀ ਮੈਂ ਤੁਹਾਡੇ ਕਲਾਸ ਦੇ ਵਿੱਚ ਲਗਾਤਾਰ ਲੇਟ ਆਉਣ ਵਾਲਾ ਸਟੂਡੈਂਟ ਹਾਂ। That's when the coin dropped। ਇਹ ਇੱਕ ਪ੍ਰੋਵਰਬ ਹੈ ਕਿ ਠੀਕ ਉਸੇ ਵੇਲੇ ਜਦੋਂ ਉਸਨੇ ਕਿਹਾ ਕਿ ਉਹ ਲੇਟ ਕਮਰ ਸੀ ਤੁਹਾਡੇ ਕਲਾਸ ਦੇ ਵਿੱਚ, ਤੁਰੰਤ ਸੁਧਾ ਮੂਰਤੀ ਉਹਨੂੰ ਪਹਿਚਾਣ ਗਈ ਕਿ ਉਹ ਕੌਣ ਹੈ। ਹਾਈ ਹਸਨ, ਹਾਊ ਆਰ ਯੂ, ਕਿ ਤੁਸੀਂ ਕਿੱਦਾਂ ਦੇ ਹੋ। ਇਟਸ ਬਿਨ ਅ ਲੌਂਗ ਟਾਈਮ ਸਿੰਸ ਆਈ ਲਾਸਟ
met you। ਤੁਹਾਨੂੰ ਆਖਰੀ ਵਾਰ ਮਿਲੇ ਬਹੁਤ ਸਮਾਂ ਹੋ ਚੁੱਕਿਆ ਹੈ। I was very happy to see him। ਸੁਧਾ ਮੂਰਤੀ ਹਸਨ ਨੂੰ ਦੇਖ ਕੇ ਬਹੁਤ ਖੁਸ਼ ਸੀ। ਮੈਡਮ, I am fine and remember many of your lessons। ਕਿ ਮੈਂ ਠੀਕ ਹਾਂ ਅਤੇ ਤੁਹਾਡੇ ਬਹੁਤ ਸਾਰੇ ਲੈਸਨਸ ਨੂੰ ਅਤੇ ਬਹੁਤ ਸਾਰੇ ਲੈਸਨਸ ਤੁਹਾਡੇ ਮੈਨੂੰ ਯਾਦ ਹਨ। Is it database management or C or Pascal? ਜਦੋਂ ਹਸਨ ਕਹਿੰਦਾ ਹੈ ਕਿ ਸੁਧਾ ਮੂਰਤੀ ਨੂੰ ਕਿ ਤੁਹਾਡੇ ਪੜ੍ਹਾਏ ਹੋਏ ਲੈਸਨਸ ਮੈਨੂੰ ਯਾਦ ਹਨ, ਤਾਂ ਸੁਧਾ ਮੂਰਤੀ ਪੁੱਛਦੀ ਹੈ ਕਿ ਕੰਪਿਊਟਰ ਦੇ ਡੇਟਾਬੇਸ ਮੈਨੇਜਮੈਂਟ ਦੀ ਗੱਲ ਕਰ ਰਹੇ ਹੋ ਕਿ ਸੀ ਦੀ ਜਾਂ ਪਾਸਕਲ ਦੀ। None of the software, madam। I remember the moral lessons। ਕਿ ਮੈਨੂੰ ਸੌਫਟਵੇਅਰ ਦੇ ਵਿੱਚ ਦੀ ਕੋਈ ਲੈਸਨ ਯਾਦ ਨਹੀਂ ਹੈ, ਪਰ ਤੁਸੀਂ ਜੋ ਨੈਤਿਕ ਸਬਕ ਸਾਨੂੰ ਸਿਖਾਏ ਸੀ ਉਹ ਮੈਨੂੰ ਸਭ ਯਾਦ ਹੈ। I don't know what moral lessons I had taught। ਇਸ 'ਤੇ ਸੁਧਾ ਮੂਰਤੀ ਸੋਚਦੀ ਹੈ ਕਿ ਮੈਨੂੰ ਨਹੀਂ ਪਤਾ ਕਿ ਮੈਂ ਕਿਹੜੇ ਨੈਤਿਕ ਸਬਕ ਸਿਖਾਏ ਹਨ। Though I do tell some stories during my lectures on computer software। ਹਾਲਾਂਕਿ ਮੈਂ ਕੰਪਿਊਟਰ ਸੌਫਟਵੇਅਰ 'ਤੇ ਆਪਣੇ ਲੈਕਚਰਾਂ ਦੌਰਾਨ ਕੁਝ ਕਹਾਣੀਆਂ ਸੁਣਾਉਂਦੀ ਹਾਂ। ਯਾਨੀ ਕਿ ਕੰਪਿਊਟਰ ਪੜ੍ਹਾਉਣ ਦੇ ਵੇਲੇ ਉਹ ਕੁਝ ਕਹਾਣੀਆਂ ਸੁਣਾਉਂਦੀ ਸੀ ਜਿਹਦੇ ਵਿੱਚ ਮੋਰਲ ਲੈਸਨਸ ਹੁੰਦੇ ਸੀ। ਹਸਨ, ਵਾਟ ਆਰ ਯੂ ਡੂਇੰਗ ਨਾਓ? ਫਿਰ ਸੁਧਾ ਮੂਰਤੀ ਹਸਨ ਨੂੰ ਪੁੱਛਦੀ ਹੈ ਕਿ ਹਸਨ ਤੁਸੀਂ ਹੁਣ ਕੀ ਕਰ ਰਹੇ ਹੋ? Now his face became a little pale। ਜਦੋਂ ਸੁਧਾ ਮੂਰਤੀ ਨੇ ਇਹ ਕੁਐਸਚਨ ਪੁੱਛਿਆ ਤਦੋਂ ਹਸਨ ਦਾ ਚਿਹਰਾ ਮਾੜਾ ਜਿਹਾ ਫਿੱਕਾ ਪੈ ਗਿਆ। ਮੈਡਮ, I am selling this software which is useful in teaching maths, physics and chemistry। ਉਹ ਕਹਿੰਦਾ ਹੈ ਕਿ ਮੈਡਮ ਮੈਂ ਇਹ ਸੌਫਟਵੇਅਰ ਵੇਚ ਰਿਹਾ ਹਾਂ ਜੋ ਕਿ ਮੈਥਸ, ਫਿਜ਼ਿਕਸ ਅਤੇ ਕੈਮਿਸਟਰੀ ਵਿੱਚ ਪੜ੍ਹਾਉਣ ਵਿੱਚ ਮਦਦਗਾਰ ਹੈ। It is of help to both teachers and students। ਇਹ both teachers ਅਤੇ students ਲਈ ਮਦਦਗਾਰ ਹੈ, ਹੈਲਪਫੁਲ ਹੈ ਇਹ ਜੋ ਸੌਫਟਵੇਅਰ ਹੈ। I know your foundation helps a lot in education at the high school level। ਕਿ ਮੈਂ ਜਾਣਦਾ ਹਾਂ ਕਿ ਤੁਹਾਡੀ ਫਾਊਂਡੇਸ਼ਨ ਹਾਈ ਸਕੂਲ ਪੱਧਰ 'ਤੇ ਸਿੱਖਿਆ ਵਿੱਚ ਬਹੁਤ ਮਦਦ ਕਰਦੀ ਹੈ। I thought it may be of some interest to you। ਮੈਂ ਸੋਚਿਆ ਕਿ ਇਹ ਤੁਹਾਡੇ ਲਈ ਕੁਝ ਦਿਲਚਸਪੀ ਵਾਲਾ ਹੋ ਸਕਦਾ ਹੈ। ਹਸਨ, what did you do for so many years? ਫਿਰ ਸੁਧਾ ਮੂਰਤੀ ਨੇ ਪੁੱਛਿਆ ਕਿ ਹਸਨ ਤੁਸੀਂ ਇੰਨੇ ਸਾਲਾਂ ਵਿੱਚ ਕੀ ਕੀਤਾ? I knew all his classmates by this time were in very high positions in the software industry। ਸੁਧਾ ਮੂਰਤੀ ਦੱਸ ਰਹੀ ਹੈ ਕਿ ਮੈਂ ਜਾਣਦੀ ਸੀ ਕਿ ਇਸ ਸਮੇਂ ਤੱਕ ਉਸ ਦੇ ਸਾਰੇ ਸਹਿਪਾਠੀ ਕਲਾਸਮੇਟਸ ਯਾਨੀ ਕਿ ਸਹਿਪਾਠੀ ਸੌਫਟਵੇਅਰ ਉਦਯੋਗ ਵਿੱਚ ਬਹੁਤ ਉੱਚੇ ਅਹੁਦਿਆਂ 'ਤੇ ਹਨ। ਪੋਜੀਸ਼ਨਸ ਯਾਨੀ ਅਹੁਦਿਆਂ। ਹਸਨ, being a bright student should have definitely done well। ਬ੍ਰਾਈਟ ਸਟੂਡੈਂਟ ਯਾਨੀ ਹੁਸ਼ਿਆਰ ਬੱਚਾ। ਕਿ ਹਸਨ ਜੋ ਕਿ ਇੱਕ ਹੁਸ਼ਿਆਰ ਵਿਦਿਆਰਥੀ ਸੀ ਉਸ ਨੂੰ ਯਕੀਨੀ ਤੌਰ 'ਤੇ ਚੰਗਾ ਪ੍ਰਦਰਸ਼ਨ ਕਰਨਾ ਚਾਹੀਦਾ ਸੀ। Yet on the contrary, he seemed to be doing a small job of selling high school software door to door। On the contrary ਯਾਨੀ ਕਿ ਇਸ ਦੇ ਉਲਟ। ਤੋ ਫਿਰ ਵੀ ਇਸ ਦੇ ਉਲਟ ਉਹ ਹਾਈ ਸਕੂਲ ਦੇ ਸੌਫਟਵੇਅਰ ਨੂੰ ਘਰ ਵੇਚਣ ਦਾ ਇੱਕ ਛੋਟਾ ਜਿਹਾ ਕੰਮ ਕਰ ਰਿਹਾ ਹੈ। ਡੋਰ ਟੂ ਡੋਰ ਯਾਨੀ ਘਰ ਜਾ ਕੇ ਕੁਝ ਚੀਜ਼ ਵੇਚਣ ਦੀ ਕੋਸ਼ਿਸ਼ ਕਰਨਾ। ਮੈਡਮ, ਯੂ ਨੋ ਆਈ ਵਾਜ਼ ਇਰੈਗੂਲਰ ਇਨ ਕਾਲਜ। ਫਿਰ ਹਸਨ ਜਵਾਬ ਦਿੰਦਾ ਹੈ ਕਿ ਮੈਡਮ ਤੁਸੀਂ ਜਾਣਦੇ ਹੋ ਕਿ ਮੈਂ ਕਾਲਜ ਵਿੱਚ ਬਹੁਤ ਅਨਿਯਮਿਤ ਸੀ। The same habit continued even after my graduation। ਮੇਰੀ ਗ੍ਰੈਜੂਏਸ਼ਨ ਤੋਂ ਬਾਅਦ ਵੀ ਇਹੀ ਆਦਤ ਜਾਰੀ ਰਹੀ। I would get up late and was very lazy। ਮੈਂ ਦੇਰ ਨਾਲ ਉੱਠਦਾ ਸੀ ਅਤੇ ਬਹੁਤ ਆਲਸੀ ਸੀ। ਲੇਜ਼ੀ ਯਾਨੀ ਕਿ ਆਲਸੀ। My mother would lose her temper
ਐਂਡ ਪੀਸ ਆਫ ਮਾਈਂਡ। ਕਿ ਮੇਰੀ ਮਾਂ ਗੁੱਸਾ ਹੋ ਜਾਂਦੀ ਸੀ, ਲੂਜ਼ ਹਰ ਟੈਂਪਰ ਯਾਨੀ ਗੁੱਸੇ ਹੋ ਜਾਣਾ, ਅਤੇ ਮਨ ਦੀ ਸ਼ਾਂਤੀ ਗੁਆ ਦਿੰਦੀ ਸੀ। ਆਈ ਡਿਡ ਨਾਟ ਬੋਦਰ, ਮੈਂ ਇਸ ਦੀ ਪਰਵਾਹ ਨਹੀਂ ਕੀਤੀ। ਆਈ ਟੁਕ ਹਰ ਫॉर ਗ੍ਰਾਂਟਿਡ, ਮੈਂ ਉਹਨਾਂ ਨੂੰ ਹਲਕੇ ਵਿੱਚ ਲਿਆ। ਆਫਟਰ ਅ ਲੋਟ ਆਫ ਪ੍ਰੈਸ਼ਰ ਫਰੋਮ ਮਾਈ ਪੈਰੈਂਟਸ ਆਈ ਟੁਕ ਅਪ ਅ ਜੋਬ, ਮਾਪਿਆਂ ਦੇ ਬਹੁਤ ਦਬਾਅ ਤੋਂ ਬਾਅਦ ਮੈਂ ਇੱਕ ਨੌਕਰੀ ਕੀਤੀ। ਪ੍ਰੈਸ਼ਰ ਯਾਨੀ ਕਿ ਦਬਾਅ। But I continued with the same habits of going late to office, not keeping appointments, and not being responsible. ਪਰ ਮੈਂ ਉਹੀ ਪੁਰਾਣੀ ਆਦਤਾਂ ਜਾਰੀ ਰੱਖੀਆਂ, ਯਾਨੀ ਕਿ ਮੈਂ ਆਫਿਸ ਲੇਟ ਨਾਲ ਜਾਂਦਾ ਸੀ, ਅਪਾਇੰਟਮੈਂਟਸ ਨਹੀਂ ਰੱਖਦਾ ਸੀ, ਯਾਨੀ ਕਿਸੇ ਨਾਲ ਮਿਲਣਾ ਹੁੰਦਾ ਸੀ ਤਾਂ ਮਿਲਦਾ ਨਹੀਂ ਸੀ, ਅਤੇ ਮੈਂ ਜ਼ਿੰਮੇਵਾਰ ਵੀ ਨਹੀਂ ਸੀ। ਆਈ ਡਿਡ ਨਾਟ ਹੈਵ ਦ ਪ੍ਰੋਪਰ ਨੌਲੇਜ ਆਲਸੋ, ਕਿ ਮੇਰੇ ਪਾਸ ਸਹੀ ਗਿਆਨ ਵੀ ਨਹੀਂ ਸੀ। ਇਨ ਕਾਲਜ ਆਈ ਹਾਰਡਲੀ ਸਟੱਡੀਡ, ਕਿ ਮੈਂ ਕਾਲਜ ਦੇ ਵਿੱਚ ਮੁਸ਼ਕਿਲ ਨਾਲ ਹੀ ਪੜ੍ਹਦਾ ਸੀ, ਯਾਨੀ ਕਿ ਮੈਂ ਬਹੁਤ ਨਹੀਂ ਸੀ ਪੜ੍ਹਦਾ। Getting a first class in the examination is not an index of the amount of knowledge one has। ਕਿ ਐਗਜ਼ਾਮੀਨੇਸ਼ਨ ਦੇ ਵਿੱਚ ਜਦੀ ਕਿਸੇ ਨੂੰ ਫਸਟ ਕਲਾਸ ਮਿਲ ਜਾਂਦਾ ਹੈ ਤਾਂ ਇਹ ਚੀਜ਼ ਉਹ ਨਹੀਂ ਦਰਸਾਉਂਦਾ ਕਿ ਅਗਲੇ ਦੇ ਕੋਲ ਕਿਤਨੀ ਮਾਤਰਾ ਵਿੱਚ ਗਿਆਨ ਹੈ, ਯਾਨੀ ਕਿ ਫਸਟ ਕਲਾਸ ਇਸ ਗੱਲ ਦੀ ਗਾਰੰਟੀ ਨਹੀਂ ਹੈ ਕਿ ਅਗਲਾ ਬਹੁਤ ਗਿਆਨੀ ਹੈ। ਆਈ ਵੁੱਡ ਸਟੱਡੀ ਜਸਟ ਬਿਫੋਰ ਦ ਐਗਜ਼ਾਮਸ, ਕਿ ਮੈਂ ਇਮਤਿਹਾਨਾਂ ਦੇ ਠੀਕ ਪਹਿਲੇ ਪੜ੍ਹ ਲੈਂਦਾ ਸੀ। ਗੈਸ ਦ ਪ੍ਰੋਬੇਬਲ ਕੁਐਸਚਨਸ, ਅਤੇ ਮੈਂ ਕੀ ਕਰਦਾ ਸੀ, ਔਰ ਜੋ ਮੈਂ ਕੀ ਕਰਦਾ ਸੀ ਕਿ ਪ੍ਰੋਬੇਬਲ ਕੁਐਸਚਨਸ ਯਾਨੀ ਕਿ ਸੰਭਾਵਿਤ ਕੁਐਸਚਨਸ, ਕਿ ਜੋ ਕੁਐਸਚਨ ਆ ਸਕਦੇ ਹਾਂ ਉਹਨਾਂ ਨੂੰ ਮੈਂ ਗੈਸ ਕਰ ਲੈਂਦਾ ਸੀ, ਅਨੁਮਾਨ ਲਾ ਲੈਂਦਾ ਸੀ ਉਹਨਾਂ ਦਾ। ਐਂਡ ਸਕਿਪ ਦ ਚੈਪਟਰਸ, ਅਤੇ ਚੈਪਟਰਸ ਨੂੰ ਛੱਡ ਦਿੰਦਾ ਸੀ। ਸੋ ਹਸਨ ਕੀ ਕਰਦਾ ਸੀ, ਫਸਟ ਕਲਾਸ ਵਿੱਚ ਪਾਸ ਤਾਂ ਹੋ ਜਾਂਦਾ ਸੀ, ਪਰ ਉਹ ਹੁੰਦਾ ਕਿੱਦਾਂ ਸੀ, ਉਹ ਐਗਜ਼ਾਮਸ ਦੇ ਠੀਕ ਆ ਕੇ ਪੜ੍ਹ ਲੈਂਦਾ ਸੀ। ਪ੍ਰੋਬੇਬਲ ਕੁਐਸਚਨਸ ਯਾਨੀ ਸੰਭਾਵਿਤ ਕੁਐਸਚਨਸ ਜੋ ਆਨੇ ਹੁੰਦੇ ਸੀ ਉਹਨਾਂ ਨੂੰ ਗੈਸ ਕਰ ਲੈਂਦਾ ਸੀ, ਅਤੇ ਚੈਪਟਰਸ ਨੂੰ ਛੱਡ ਦਿੰਦਾ ਸੀ। ਤਾਂ ਇਸ ਤਰ੍ਹਾਂ ਉਹ ਪਾਸ ਹੋ ਜਾਂਦਾ ਸੀ ਫਸਟ ਕਲਾਸ ਦੇ ਵਿੱਚ। ਆਈ ਆਲਵੇਜ਼ ਥੋਟ ਆਈ ਕੁਡ ਮੇਕ ਇਟ ਲੇਟਰ, ਕਿ ਮੈਂ ਸੋਚਦਾ ਸੀ ਕਿ ਮੈਂ ਬਾਅਦ ਵਿੱਚ ਇਹ ਸਭ ਕਰ ਲਵਾਂਗਾ। But without proper knowledge, it is difficult to work। ਪਰ ਬਿਨਾਂ ਸਹੀ ਪ੍ਰੋਪਰ ਨੌਲੇਜ ਦੇ ਗਿਆਨ ਦੇ ਕੰਮ ਕਰਨਾ ਮੁਸ਼ਕਿਲ ਹੈ। I always laughed at those people who were hard workers। ਕਿ ਮੈਂ ਹਮੇਸ਼ਾ ਉਹਨਾਂ ਲੋਕਾਂ 'ਤੇ ਹੱਸਦਾ ਸੀ ਜੋ ਮਿਹਨਤੀ ਸਨ। I used to make fun of them। ਮੈਂ ਉਹਨਾਂ ਦਾ ਮਜ਼ਾਕ ਉਡਾਇਆ ਕਰਦਾ ਸੀ। ਆਈ ਐਂਡ ਕਾਲ them ਨਰਡਸ, ਅਤੇ ਉਹਨਾਂ ਨੂੰ ਮੈਂ ਨਰਡਸ ਬੁਲਾਉਂਦਾ ਸੀ। ਨਰਡਸ ਯਾਨੀ ਕਿ ਉਹ ਲੋਕ ਜੋ ਬੋਰਿੰਗ ਹੁੰਦੇ ਹਨ, ਜੋ ਫੈਸ਼ਨੇਬਲ ਨਹੀਂ ਹੁੰਦੇ, ਬਹੁਤ ਜ਼ਿਆਦਾ ਤਤ ਭੜਤ ਵਾਲੇ ਨਹੀਂ ਹੁੰਦੇ। ਟੂਡੇ ਦੋਜ਼ ਨਰਡਸ ਹੈਵ ਬਿਕਮ ਮਿਲੀਅਨੇਅਰਸ, ਕਿ ਅੱਜ ਦੇ ਦਿਨ ਉਹੀ ਨਰਡਸ ਮਿਲੀਅਨੇਅਰਸ ਯਾਨੀ ਕਿ ਬਹੁਤ ਜ਼ਿਆਦਾ ਪੈਸੇ ਵਾਲੇ ਬਣ ਚੁੱਕੇ ਹਨ। Nobody liked me in my office because of my behavior। ਕਿ ਮੇਰੇ ਇਸ ਵਿਵਹਾਰ ਦੇ ਕਾਰਨ ਕੋਈ ਵੀ ਦਫ਼ਤਰ ਵਿੱਚ ਮੈਨੂੰ ਪਸੰਦ ਨਹੀਂ ਕਰਦਾ ਸੀ। No employer would keep such an employee and I lost whatever job I took up। ਕਿ ਕੋਈ ਵੀ ਕੰਮ ਦੇਣ ਵਾਲਾ ਬੰਦਾ ਇਸ ਤਰ੍ਹਾਂ ਦੇ ਬੰਦੇ ਨੂੰ ਨਹੀਂ ਰੱਖਦਾ, ਅਤੇ ਮੈਂ ਜਿੱਧਰ ਵੀ ਜੋਬ ਲੈਂਦਾ ਸੀ ਉੱਥੋਂ ਮੈਂ ਆਪਣੀ ਇਸ ਜੋਬ ਨੂੰ ਗਵਾ ਦਿੰਦਾ ਸੀ। In my frustration, I started quarreling at office as well as at home। ਕਿ ਇਹ ਨਿਰਾਸ਼ਾ ਵਿੱਚ ਮੈਂ ਆਪਣੇ ਆਫਿਸ ਦੇ ਵਿੱਚ ਵੀ ਝਗੜਨ ਲੱਗ ਪਿਆ, ਅਤੇ ਮੈਂ ਘਰ ਦੇ ਵਿੱਚ ਵੀ ਝਗੜਨ ਲੱਗ ਪਿਆ। quarreling ਯਾਨੀ ਕਿ ਝਗੜਾ ਕਰਨਾ। Finally, my father got so fed up, he told me to stay separately। ਕਿ
ਅੰਤ ਵਿੱਚ ਮੇਰੇ ਪਿਤਾ ਜੀ ਇੰਨੇ ਤੰਗ ਆ ਗਏ ਸੀ ਕਿ ਉਹਨਾਂ ਨੇ ਮੈਨੂੰ ਅਲੱਗ ਰਹਿਣ ਲਈ ਕਹਿ ਦਿੱਤਾ। ਫੈਡ ਅਪ ਯਾਨੀ ਕਿ ਤੰਗ ਆ ਜਾਣਾ। ਹੀ ਆਲਵੇਜ਼ ਗੇਵ ਮੀ ਅ ਲੋਟ ਆਫ ਫਰੀडम ਕਿ ਮੇਰੇ ਪਿਤਾ ਜੀ ਨੇ ਹਮੇਸ਼ਾ ਮੈਨੂੰ ਬਹੁਤ ਆਜ਼ਾਦੀ ਦਿੱਤੀ। ਬਟ ਆਈ ਨੈਵਰ ਪਿਕਡ ਅਪ ਮਾਈ ਓਨ ਗੁੱਡ ਹੈਬਿਟਸ ਪਰ ਮੈਂ ਖੁਦ ਹੀ ਆਪਣੇ ਵਿੱਚ ਕੋਈ ਅੱਛੀ ਆਦਤਾਂ ਨੂੰ ਰੱਖ ਨਹੀਂ ਪਾਇਆ। My state today is the result of my own habits. My state today means ਜੋ ਅੱਜ ਮੇਰੇ ਹਾਲਾਤ ਹੈ ਜਾਂ ਅੱਜ ਮੇਰੀ ਕੰਡੀਸ਼ਨ ਹੈ ਉਹ ਮੇਰੇ ਆਪਣੇ ਹੀ ਆਦਤਾਂ ਦੇ ਨਤੀਜੇ ਹਨ। I felt sorry for Hassan. ਮੈਨੂੰ ਹਸਨ ਤੇ ਤਰਸ ਆਇਆ। Who with all his intelligence and good nature could not make it. ਜੋ ਆਪਣੀ ਸਾਰੀ ਬੁੱਧੀ ਅਤੇ ਚੰਗੇ ਸੁਭਾਅ ਦੇ ਨਾਲ ਵੀ ਕੁਝ ਨਹੀਂ ਕਰ ਸਕਿਆ। ਕੁਡ ਨਾਟ ਮੇਕ ਇਟ ਯਾਨੀ ਕਿ ਕੁਝ ਨਹੀਂ ਕਰ ਪਾਣਾ। ਇੰਟੈਲੀਜੈਂਸ ਯਾਨੀ ਕਿ ਬੁੱਧੀ। ਗੁੱਡ ਨੇਚਰ ਯਾਨੀ ਕਿ ਅੱਛਾ ਸੁਭਾਅ। ਹਸਨ ਯੂ ਨਿਊ ਯੋਰ ਫਾਲਟਸ ਕਿ ਹਸਨ ਤੁਹਾਨੂੰ ਤੁਹਾਡੀ ਕਮੀਆਂ ਦੇ ਬਾਰੇ ਵਿੱਚ ਪਤਾ ਸੀ, ਆਪਣੀ ਗਲਤੀਆਂ ਬਾਰੇ ਵਿੱਚ ਪਤਾ ਸੀ। ਯੂ ਕੁਡ ਹੈਵ ਇੰਪਰੂਵਡ ਐਂਡ ਮੇਡ ਅ ਬੈਟਰ ਲਾਈਫ ਫॉर yourself। ਤੁਸੀਂ ਇੰਪਰੂਵਡ ਯਾਨੀ ਸੁਧਾਰ ਕਰਨਾ, ਤੁਸੀਂ ਸੁਧਾਰ ਕਰ ਸਕਦੇ ਸੀ ਔਰ ਆਪਣੇ ਲਈ ਇੱਕ ਬਿਹਤਰ ਜੀਵਨ ਬਣਾ ਸਕਦੇ ਸੀ। ਦੇयर इज़ ऑलवेज अ स्टार्ट एट एनी एज कि किसी भी उम्र ਵਿੱਚ ਹਮੇਸ਼ਾ ਇੱਕ ਸ਼ੁਰੂਆਤ ਹੋ ਸਕਦੀ ਹੈ। ਡੋਂਟ ਗੈਟ डिसअपॉइंटेड निराश ना होवो। डिसअपॉइंटेड यानी निराश होना। यू मे हैव लॉस्ट अ बैटल बट यू कैन स्टिल विन द वॉर कि ਤੁਸੀਂ ਇੱਕ ਕੋਈ ਲੜਾਈ ਹਾਰ ਗਏ ਹੋਗੇ ਪਰ ਤੁਸੀਂ ਫੇਰ ਵੀ ਜੰਗ ਜਿੱਤ ਸਕਦੇ ਹੋ। बट हसन इट इज़ पॉसिबल टू चेंज योर हैबिट्स पर हसन ਤੁਹਾਡੀ ਇਹ ਪੋਸੀਬਲ ਹੈ, ਇਹ ਸੰਭਵ ਹੈ ਕਿ ਤੁਸੀਂ ਆਪਣੀ ਆਦਤਾਂ ਬਦਲ ਸਕੋ। देयर इज़ नथिंग विच इज़ इम्पॉसिबल ਇੱਦਾਂ ਕੁਝ ਵੀ ਨਹੀਂ ਹੈ ਕਿ ਜੋ ਅਸੰਭਵ ਹੈ। ਯੂ ਓਨਲੀ ਰਿਕੁਆਇਰ ਵਿਲ ਪਾਵਰ ਤੁਹਾਨੂੰ ਸਿਰਫ ਇੱਛਾ ਸ਼ਕਤੀ ਦੀ ਲੋੜ ਹੈ। ਵਿਲ ਪਾਵਰ ਯਾਨੀ ਕਿ ਜੋ ਇਨਸਾਨ ਮਨ ਵਿੱਚ ਤੈਅ ਕਰ ਲਵੇ ਕਿ ਮੈਂ ਇਹ ਕਰਾਂਗਾ ਤਾਂ ਉਹ ਕਰ ਸਕਦਾ ਹੈ। ਯੂ ਆਰ ਯੋਰ ਸੈਲਫ ਨੋਟ ਅਵੇਅਰ ਆਫ ਆਲ ਯੋਰ ਪੋਟੈਂਸ਼ੀਅਲ ਕਿ ਤੁਸੀਂ ਆਪ ਹੀ ਆਪਣੀ ਸਾਰੀਆਂ ਸੰਭਾਵਨਾਵਾਂ ਨੂੰ ਨਹੀਂ ਸਮਝ ਪਾ ਰਹੇ। ਪੋਟੈਂਸ਼ੀਅਲ ਯਾਨੀ ਕਿ ਟੈਲੈਂਟ ਕਿ ਤੁਸੀਂ ਆਪਣੇ ਹੀ ਟੈਲੈਂਟਸ ਨੂੰ ਪਹਿਚਾਨ ਨਹੀਂ ਪਾ ਰਹੇ। ਪਲੀਜ਼ ਰਿਮੈਂਬਰ ਵੈਨ ਐਲਡਰਸ ਸੇ ਸਮਥਿੰਗ ਕਿ ਇਹ ਚੀਜ਼ ਹਮੇਸ਼ਾ ਯਾਦ ਰੱਖੋ ਕਿ ਜਦ ਬੜੇ ਬਜ਼ੁਰਗ ਐਲਡਰਸ ਯਾਨੀ ਬੜੇ ਬਜ਼ੁਰਗ ਕੁਝ ਕਹਿੰਦੇ ਹਨ ਦੇ ਡੂ ਸੋ ਬਿਕੋਜ਼ ਦੇ ਵਾਂਟ ਯੂ ਟੂ ਲੀਡ ਅ ਬੈਟਰ ਲਾਈਫ ਦੈਨ ਦੈਮ ਕਿ ਉਹ ਇਸ ਲਈ ਕਹਿੰਦੇ ਹਨ ਤਾਂ ਕਿ ਤੁਸੀਂ ਉਹਨਾਂ ਦੇ ਮੁਕਾਬਲੇ ਵਧੀਆ ਜ਼ਿੰਦਗੀ ਜੀ ਸਕੋ। ਐਕਸੀਲੈਂਟ ਡਜ਼ ਨਾਟ ਕਮ ਬਾਏ ਐਕਸੀਡੈਂਟ ਬਟ ਬਾਏ ਪ੍ਰੈਕਟਿਸ ਕਿ ਐਕਸੀਲੈਂਸ ਯਾਨੀ ਕਿ ਉੱਤਮਤਾ ਇੱਦਾਂ ਹੀ ਨਹੀਂ ਆ ਜਾਂਦੀ ਬਾਏ ਐਕਸੀਡੈਂਟ ਕਿ ਚਲੋ ਜੀ ਇਹਦੇ ਵਿੱਚ ਕੋਈ ਕੁਆਲਿਟੀ ਆ ਗਈ ਹੋਈ ਹੈ। ਨਹੀਂ, ਉੱਤਮਤਾ ਤੁਸੀਂ ਪ੍ਰੈਕਟਿਸ ਨਾਲ ਵੀ ਹਾਸਲ ਕਰ ਸਕਦੇ ਹੋ। ਪ੍ਰੈਕਟਿਸ ਯਾਨੀ ਕਿ ਅਭਿਆਸ। I could see a twinkle in his eyes ਕਿ ਸੁਧਾ ਮੂਰਤੀ ਨੂੰ ਹਸਨ ਦੀ ਆਈਜ਼ ਵਿੱਚ ਅੱਖਾਂ ਵਿੱਚ ਇੱਕ ਟਵਿੰਕਲ ਯਾਨੀ ਕਿ ਇੱਕ ਚਮਕ ਨਜ਼ਰ ਆਈ। I thought I saw a glimpse of the young bright ਹਸਨ। ਗਲਿਮਸ ਯਾਨੀ ਕਿ ਝਲਕ ਕਿ ਮੈਨੂੰ ਇਵੇਂ ਲਗਾ ਜਿਵੇਂ ਕਿ ਮੈਂ ਨੌਜਵਾਨ ਹੁਸ਼ਿਆਰ ਹਸਨ ਦੀ ਝਲਕ ਦੇਖੀ ਜਿਸ ਤਰ੍ਹਾਂ ਕਿ ਉਹ ਕਾਲਜ ਵਿੱਚ ਸੀ। I will try my best, madam, he promised as he rose to leave। ਜਦੋਂ ਕਿ ਉਹ ਕੁਰਸੀ ਤੋਂ ਉੱਠ ਰਿਹਾ ਸੀ ਜਾਣ ਲਈ ਉਸਨੇ ਮੈਡਮ ਯਾਨੀ ਸੁਧਾ ਮੂਰਤੀ ਨੂੰ ਪ੍ਰੋਮਿਸ ਕੀਤਾ, ਵਾਅਦਾ ਕੀਤਾ ਕਿ ਉਹ ਆਪਣੀ ਪੂਰੀ ਕੋਸ਼ਿਸ਼ ਕਰੇਗਾ। I have not met ਹਸਨ since that day ਕਿ ਮੈਂ ਉਸ ਦਿਨ ਤੋਂ ਬਾਅਦ ਹਸਨ ਨੂੰ ਨਹੀਂ ਮਿਲੀ। I hope to bump into him unexpectedly once again। ਮੈਂ ਆਸ਼ਾ ਕਰਦੀ ਹਾਂ ਕਿ ਮੈਂ ਉਸ ਨੂੰ ਫਿਰ ਇੱਕ ਵਾਰ ਅਚਾਨਕ ਟਕਰਾਉਂਗੀ।
अनएक्सपेक्टेडली यानी अचानक, विदाउट एक्सपेक्टेशन, बम्प यानी कि मिलना, टकराना, एंड दिस टाइम फाइंड हिम हैप्पी एंड सक्सेसफुल। और इस बार मैं उसनू हैप्पी यानी कि खुश और सक्सेसफुल यानी कि सफल पावांगी। तो ਇਹ ਸੀ ਤੁਹਾਡਾ ਹਸਨਸ ਅਟੈਂਡੈਂਸ ਪ੍ਰੋਬਲਮ ਚੈਪਟਰ 1 ਫੁੱਲ ਐਕਸਪਲੇਨੇਸ਼ਨ ਇਨ ਪੰਜਾਬੀ 2 ਪਾਰਟਸ ਦੇ ਵਿੱਚ। For question answers and other things about this chapter, do visit our channel and share this video with your friends and also look into the other video. Thank you very much everyone.